सत श्री अकाल दोस्तों, मैं हाँ सिमरन। तुसीं इस वक्त वेख रहे हो वॉइस ऑफ पंजाब टीवी ते अज दी मीटिंग दी गल करदे हां। दोस्तों, अज केंद्र सरकार अते किसान आगूआं दी आपस दे विच मीटिंग रखी गई सी, जो कि एक बार फिर तो बेसिकता निकली है। हुणे हुणे जिहड़ा है मीटिंग जिहड़ी है खत्म हुई है ते जिहड़े किसान आगू ते केंद्र सरकार दे मैंबर्स ने वो बाहर आए ते उन्हां तो पता लगा है कि जिहड़ी मीटिंग है एक बार फिर तो बेसिकता रही है। तुहानूं दस दईए कि काफ़ी बहस हुई अज ते तोमर साहब जिहड़े खेती मंत्री ने उन्होंने साफ इनकार कर दिता तीनों कानूनों नूं रद्द करन तो। ते किसान आगुआं ने नारे लगाए गए विज्ञान भवन दे विच। किसान आगुआं वल्लों उन्होंने कहा या ते जितांगे या मरांगे, इस तो बिना वापस नहीं जावांगे जब तक ये बिल रद्द नहीं हो जाते। ਤੁਹਾਨੂੰ ਇਹ ਵੀ ਦੱਸ ਦਈਏ ਦੋਸਤੋ, ਗੁਰਨਾਮ ਸਿੰਘ ਚਰੋਨੀ ਨੇ ਬਹੁਤ ਹੀ ਵੱਡਾ ਜਿਹੜਾ ਹੈ ਫੈਸਲਾ ਸੁਣਾਇਆ ਹੈ। ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ 15 ਜਨਵਰੀ ਨੂੰ ਰੱਖੀ ਗਈ ਹੈ, ਉਹ ਵੀ ਬੇਸਿੱਟਾ ਹੀ ਰਹੇਗੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਗਲੀ ਮੀਟਿੰਗ ਦੇ ਵਿੱਚ ਅਸੀਂ कोई भी तैयारी नहीं करांगे, असी तैयारी करांगे 26 जनवरी की जो कि ट्रैक्टर परेड है उसकी तैयारी की जाएगी। तो होर तेज इस अंदोलन नूं, किसान अंदोलन नूं किवें होर तेज किया जाएगा ਇਹਦੇ ਬਾਰੇ ਸੋਚਿਆ ਜਾਏਗਾ। ਤੇ ਤੁਹਾਨੂੰ ਦੱਸ ਦਈਏ ਕਿ 15 ਜਨਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਦੁਬਾਰਾ ਮੀਟਿੰਗ ਰੱਖੀ ਗਈ ਹੈ। ਅੱਜ ਦੀ ਮੀਟਿੰਗ ਤੋਂ ਕਾਫੀ ਨਿਰਾਸ਼ ਲੱਗੇ ਕਿਸਾਨ ਆਗੂ ਤੇ ਪੂਰੇ ਕਿਸਾਨ ਜਿੰਨੇ ਵੀ ਲੋਕ ਕਿਸਾਨ ਅੰਦੋਲਨ ਦੇ ਨਾਲ ਜੁੜੇ ਕਾਫੀ ਨਿਰਾਸ਼ ਹੋਏ। ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਉਹੀ ਰਿਹਾ ਹੈ, ਰਵੱਈਆ ਜਿਹੜਾ ਅੜੀਅਲ ਰਵੱਈਆ ਉਹ ਵੀ ਅੜੇ ਹੋਏ ਆ ਆਪਣੀ ਜ਼ਿੱਦ ਤੇ ਕਿ ਅਸੀਂ ਇਹ ਤਿੰਨੋਂ ਕਾਨੂੰਨ ਜਿਹੜੇ ਆ ਰੱਦ ਨਹੀਂ ਕਰਾਂਗੇ। ਤੇ ਕਿਸਾਨ ਆਗੂਆਂ ਦਾ ਵੀ ਇਹ ਕਹਿਣਾ ਹੈ ਕਿ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੋ ਜਾਂਦੇ ਅਸੀਂ ਪਿੱਛੇ ਨਹੀਂ ਹਟਾਂਗੇ। ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਵੌਇਸ ਆਫ ਪੰਜਾਬ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ने असी सरकार नाल डायलॉग जारी रखांगे। सरकार दो टुक कहती है कि असी रद्द ही नहीं करने, फिर तुसी कहंदे नहीं भी गलबात दा की मतलब है। सरकार ने इस रूप च कदे नहीं कहा भी रद्द नहीं करने। वैसे अर्थ उन्हां दा यही है, डायलॉग उन्हां दा यही है भी रद्द नहीं, कानून नहीं, कानून रद्द करन तो बिना कोई गल कर लो। पिछले 2 दिनों तो प्राइम मिनिस्टर नाल गृह मंत्री नाल मीटिंगां हो रही ने, उन्हां दा ही ये संदेश है। सीधा कह रहे हो अज मीटिंग दे विच तुसीं रोटी भी नहीं खाधी सर। रोटी तो साडी हुंदी है, जरा असीं खाइए ना खाइए तो किसी दा की सर लगातार ਜਿਹੜੀ ਤੋਮਰ ਜੀ ਉਹ ਪਹਿਲਾਂ ਮੀਟਿੰਗ ਕਰਕੇ ਆਉਂਦੇ ਨੇ, ਕਦੀ ਅਮਿਤ ਸ਼ਾਹ ਜੀ ਨਾਲ, ਕਦੀ ਰਾਜਨਾਥ ਸਿੰਘ ਜੀ ਦੇ ਨਾਲ, ਤੇ ਉਸ ਤੋਂ ਬਾਅਦ ਵੀ ਜਦੋਂ ਮੀਟਿੰਗ ਕਿਸਾਨਾਂ ਦੇ ਨਾਲ ਹੁੰਦੀ ਹੈ ਤਾਂ ਉਹਦਾ ਕੋਈ ਵੀ ਜਿਹੜਾ ਨਤੀਜਾ ਉਹ ਨਹੀਂ ਨਿਕਲਦਾ। ਹੁਣ ਫੇਰ 15 ਜਨਵਰੀ ਤਰੀਕ ਮਿਲੀ ਹੈ, ਕੀ ਲੱਗਦਾ ਅਗਲੇ ਵਾਰੀ ਕੋਈ ਨਤੀਜਾ ਨਿਕਲੂਗਾ? 15 ਉਹ ਤਰੀਕ ਲੈਣ ਨਹੀਂ ਜਾਂਦੇ ਹੁੰਦੇ, ਜਦੋਂ ਰੋਟੀ ਖਾਣ ਜਾਂਦੇ ਆ ਨਾ ਉਹ ਤਰੀਕ ਲੈਣ ਨਹੀਂ ਜਾਂਦੇ। ਤਰੀਕ ਖਾ ਕੇ ਮਾਰਚ ਨਾ ਕਰਨ ਨੂੰ ਵੀ ਲੈ ਕੇ ਸਰਕਾਰ ਨੇ ਗੱਲ ਕਹੀ ਹੈ ਕਿ ਟਰੈਕਟਰ ਮਾਰਚ ਨਾ ਕਰੋ 26 ਤਰੀਕ ਨੂੰ। ਨਹੀਂ, ਇਹ ਕਿਸੇ ਨੇ ਨਹੀਂ। ਬਾਕੀ ਸਰ ਜਿਹੜਾ ਟਰੈਕਟਰ ਮਾਰਚ ਹੈ ਉਹ ਚੱਲ ਜਿਹੜੀ ਕਹਿੰਦੀ ਕਿ ਕਿਹੜੇ ਅਸਲ ਸੀਗੀ, ਜਿਹੜਾ 26 ਜਨਵਰੀ ਨੂੰ ਨਿਕਲੇਗਾ ਉਹ ਵੱਡੀ ਤਾਦਾਦ ਦੇ ਵਿੱਚ, ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਮਾਰਚ ਨਿਕਲੇਗਾ। ਕੀ ਅਜਿਹਾ ਕੁਝ ਹੋਵੇਗਾ ਇਸ ਕਿਸਾਨ ਅੰਦੋਲਨ ਦੇ ਵਿੱਚ? ਦੇਖੋ 26 ਤਰੀਕ ਅਜੇ ਬੜੀ ਦੂਰ ਹੈ, ਉਦੋਂ ਤੱਕ ਸੋਚਿਆ ਜਾਓ। ਅਜੇ ਤੱਕ ਬਰਕਰਾਰ ਹੋ ਐਕਸ਼ਨ, ਉਹ ਕਿਵੇਂ ਕਰਨਾ ਕੀ ਕਰਨਾ ਇਹ ਸਾਰਾ ਕੁਝ ਸੋਚ ਕੇ ਕੀਤਾ ਜਾਊਗਾ, ਦੇਖ ਕੇ ਕਰਾਂਗੇ। ਕੱਲ ਟਰੈਕਟਰ ਮਾਰਚ ਤੇ ਕੱਢਿਆ ਗਿਆ ਸੀ। ਤੁਸੀਂ ਦੇਖ ਰਹੇ ਹੋ ਜੋਗਿੰਦਰ ਸਿੰਘ ਉਗਰਾਹਾਂ ਸਾਡੇ ਨਾਲ ਨੇ ਤੇ ਸਿੱਧੀਆਂ ਤਸਵੀਰਾਂ ਚੱਲ ਬਖਲਾਈ ਹੋਈ ਨਜ਼ਰੀ ਦੇਖੋ 26 ਦੇ ਟਰੈਕਟਰ ਮਾਰਚ ਨੂੰ ਲੈ ਕੇ 26 ਤਰੀਕ ਦਾ ਬਰਕਰਾਰ ਹੈ ਔਰ ਹੋਊਗਾ ਉਸੇ ਤਰ੍ਹਾਂ। 26 ਅਜੇ ਬੜੀ ਦੂਰ ਪਈ ਆ, ਉਸ ਤੋਂ ਬਾਅਦ ਐਕਸ਼ਨ ਪਲਾਨ ਹੋਊਗਾ ਕਿਧਰੋਂ ਕੀ ਮਾਰਚ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੋਵੇ। ਕੱਲ ਦੇ ਟਰੈਕਟਰ ਮਾਰਚ ਨੂੰ ਲੈ ਕੇ ਕੋਈ ਗੱਲ ਨਹੀਂ ਹੋ, ਕਿਉਂ ਕਹੂਗੀ ਵੀ ਅਸੀਂ ਬਖਲਾਏ ਹੋਏ ਆ। ਜਦੋਂ ਤੁਸੀਂ ਲਿਖਤਾ ਜਿੱਤਾਂਗੇ ਜਾਂ ਮਰਾਂਗੇ ਤਾਂ ਸਰਕਾਰ ਦੇ ਹਾਵ ਭਾਵ ਤੁਹਾਨੂੰ ਮਾਰਨ ਦੇ ਸੀ ਜਾਂ ਤੁਹਾਨੂੰ ਜਿਤਾਉਣ ਦੇ ਸੀ? ਬੋਡੀ ਲੈਂਗੁਏਜ ਇਹ ਕਿਹਨੇ ਲਿਖਿਆ ਵੀ ਜਿੱਤਾਂਗੇ ਜਾਂ ਮਰਾਂਗੇ? ਸਾਹਮਣੇ ਆਇਆ, ਫੋਟੋਆਂ ਬਾਹਰ ਆਈਆਂ ਜੀ। ਉਹ ਕਿਸੇ ਨੇ ਲਿਖਤਾ ਹੋਣਾ, ਪਾਤਾ ਹੋਣਾ। ਇਹ ਆਗੂ ਬੈਠੇ ਨੇ ਤੁਹਾਡੇ ਜਿਹੜੇ ਕਿਸਾਨ ਮੋਰਚੇ ਦੇ ਪੰਜਾਬ ਦੇ ਲੀਡਰ ਲਿਖ ਕੇ ਬੈਠੇ ਹੋ। ਦੇਖੋ ਮੇਰੇ ਧਿਆਨ 'ਚ ਨਹੀਂ ਹੈ, ਮੈਂ ਨਹੀਂ ਕਹਿ ਸਕਦਾ, ਮੈਨੂੰ ਨਹੀਂ ਪਤਾ। ਕਰੀਏ ਕੀ ਯਾਰ, ਅਸੀਂ ਤਾਂ ਤੁਹਾਨੂੰ ਕਹਿ ਕੇ ਜਾਂਦੇ ਹਾਂ ਤੇ ਜਦ ਇਹੀ ਗੱਲ ਹੋ ਰਹੀ ਹੈ 8ਵੀਂ ਮੀਟਿੰਗ ਅੱਜ ਤੁਸੀਂ ਕਰਕੇ ਆ ਰਹੇ ਹੋ, ਪਹਿਲੀ ਮੀਟਿੰਗ ਤੋਂ ਸਟਾਰਟਿੰਗ ਇਹੀ ਗੱਲਾਂ ਸੁਣਨ ਨੂੰ ਆ ਰਹੀਆਂ ਨੇ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਵੀ ਬਾਰ-ਬਾਰ ਆਓ, ਬਾਰ-ਬਾਰ ਆਓ, ਬਾਰ-ਬਾਰ ਗੱਲ ਤੋੜ ਕੇ ਜੇ ਗੱਲ ਮੁੱਕਦੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਵੀ ਅੰਦਰਲੇ ਪਾਸੇ ਜਿਹੜੀ ਮੀਟਿੰਗ ਹੁੰਦੀ ਹੈ ਲੋਕਾਂ ਦੇ ਵਿਊ ਨੇ ਵੀ ਉਹਨੂੰ ਲਾਈਵ ਕਰਨਾ ਚਾਹੀਦਾ ਇਸ ਕਿਸਾਨ ਜਥੇਬੰਦੀਆਂ ਵੱਲੋਂ। ਲਾਈਵ ਦਾ ਮੈਨੂੰ ਪਤਾ ਨਹੀਂ, ਅਥਾਰਟੀ ਹੈ ਅੰਦਰ, ਨਹੀਂ ਤਾਂ ਲਾਈਵ ਨਹੀਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਪਤਾ ਨਹੀਂ। ਵੈਸੇ ਜਦੋਂ ਅੰਦਰ ਜਿਹੜੀ ਗੱਲ ਹੁੰਦੀ ਹੈ ਬਾਹਰ ਤੁਹਾਡੇ ਕੋਲ ਵੀ ਉਸੇ ਵੇਲੇ ਆ ਜਾਂਦੀ ਹੈ, ਤੁਸੀਂ ਲਾਈਵ ਕਰਦੇ। ਬਿੱਲਾਂ ਦੇ ਖਿਲਾਫ ਫੈਸਲਾ ਦੇਤਾ, ਰੋਕ ਲਾਤੀ, ਤਾਂ ਅੰਦੋਲਨ ਚੱਲੇਗਾ ਜਾਂ ਰੁਕੇਗਾ? ਦੇਖੋ ਕੋਰਟ ਕੀ ਫੈਸਲਾ ਲੈਂਦੀ ਆ, ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਡਿਸੀਜਨ ਹੋਊਗਾ ਆਪਾਂ ਨੇ ਕੀ ਕਰਨਾ। ਜੋਗਿੰਦਰ ਸਿੰਘ ਉਗਰਾਹਾਂ ਸਾਹਿਬ ਇਹ ਦੱਸੋ ਕਿ ਮੀਟਿੰਗ ਅੱਜ ਬੜੀ ਜਲਦੀ ਖਤਮ ਹੋ ਗਈ ਹੈ। ਨਾਰਮਲੀ ਮੀਟਿੰਗ ਲੰਬੀ ਚੱਲਦੀ, ਕੀ ਹੋਇਆ ਮੀਟਿੰਗ 'ਚ? ਦੇਖੋ ਮੇਰੀ ਤਾਂ ਆਪਦੀ ਜੱਜਮੈਂਟ ਸੀ ਵੀ ਮੀਟਿੰਗਾਂ 'ਚ ਲੰਮਾ ਚੱਲਣ ਦਾ ਮਤਲਬ ਹੀ ਨਹੀਂ, ਹਾਂ ਜਾਂ ਨਾ ਦੀ ਗੱਲ ਹੈ। ਬਹੁਤੀ ਲੰਮੀ ਤਾਂ ਕੋਈ ਬਹਿਸ ਤੇ ਹੋਣੀ ਨਹੀਂ ਸੀ, ਉਹ ਬਹਿਸ ਛੇੜਨਾ ਚਾਹੁੰਦੇ ਸੀ, ਆਪਾਂ ਨੇ ਬਹਿਸ ਛੇੜੀ ਨਹੀਂ ਹੈ। ਹੋਇਆ ਕੀ ਸਰ ਮੀਟਿੰਗ? ਇੱਕ ਵਾਰੀ ਇੱਕ ਲਾਈਨ 'ਚ ਦੱਸੋ ਕੀ ਹੋਇਆ ਕੀ? ਮੀਟਿੰਗ ਦੇ ਵਿੱਚ ਯਾਰ ਕੁਝ ਨਹੀਂ ਹੋਇਆ। ਸੀ ਕਿਹਾ ਵੀ ਦੱਸੋ ਤੁਸੀਂ ਅੱਜ ਕਾਨੂੰਨਾਂ ਨੂੰ ਰੱਦ ਕਰਨ ਤੇ ਫੈਸਲਾ ਹੋਣਾ ਸੀ, ਤੁਸੀਂ ਰੱਦ ਕਰਦੇ ਹੋ ਕਿ ਨਹੀਂ ਕਰਦੇ? ਜੇ ਮਤਲਬ ਉਹਨਾਂ ਨੇ ਰੱਦ ਕਰਨ ਤੇ ਆਏ ਨਹੀਂ, ਅਸੀਂ ਨੇ ਮਤਲਬ ਗੱਲ ਗਾਂ ਤੋਰੀ ਤੇ ਖਤਮ ਕਰਤੀ ਮੀਟਿੰਗ, ਵਾਕਆਊਟ ਕਰਕੇ ਤੁਸੀਂ ਜਾਂ ਕਿਵੇਂ? ਵਾਕਆਊਟ ਨਹੀਂ ਕੀਤਾ, ਸਾਇਲੈਂਟ ਹੋ ਗਏ ਸਾਰੇ, ਸਾਇਲੈਂਟ ਹੋ ਕੇ ਚੁੱਪ ਕਰਕੇ ਉਹ ਖਾਣਾ ਖਾਣ ਵਗ ਗਿਆ।
ਮੰਤਰੀ ਆ ਕੇ ਉਹਨੇ ਕਿਹਾ ਵੀ ਠੀਕ ਹੈ 15 ਤਰੀਕ ਦੀ ਦੁਬਾਰੇ ਤਰੀਕ ਆਪ ਵੀ ਸੋਚ ਲਓ, ਤੁਸੀਂ ਵੀ ਸੋਚ ਲਓ ਮੈਮ। 15 ਨੂੰ ਜਾਓਗੇ ਮੀਟਿੰਗ ਦੇ ਵਿੱਚ? 15 ਨੂੰ ਮੀਟਿੰਗ 'ਚ ਜਾਓਗੇ? ਜਾਣਾ ਹੀ ਪਊਗਾ ਜਦੋਂ ਤਰੀਕ ਸਾਰੇ ਪ੍ਰਵਾਨ ਕਰਨ। 15 ਨੂੰ ਮੀਟਿੰਗ ਜਿਵੇਂ ਦੱਸ ਰਹੇ ਨੇ ਉਗਰਾਹਾਂ ਸਾਹਿਬ, ਅਗਲੀ ਮੀਟਿੰਗ ਸਰਕਾਰ ਤਾਂ ਕਰਕੇ ਮੁਕਾਇਆ ਗਿਆ ਹੁਣ। ਦੇਖੋ ਕੋਰਟ ਦੇ ਵਿੱਚ ਆਪਾਂ ਨਹੀਂ ਗਏ, ਕੋਰਟ ਚੁਕਾਉਣ ਗਿਆ, ਉਹਨੇ ਫੈਸਲਾ ਕਰਨਾ। ਕੋਰਟ ਦਾ ਫੈਸਲਾ ਜਦੋਂ ਕੋਈ ਆਊਗਾ ਦੇਖ ਲਾਂਗੇ ਆਪਾਂ। ਕੋਰਟ ਦਾ ਫੈਸਲਾ ਪ੍ਰਮਾਣ करना है कि नहीं करना है लोगों ने देखो। उगराह साहब, संयुक्त किसान मोर्चा के जो नेता है, जो किसान नेता है, वो मीटिंग में पार्ट लेंगे या नहीं लेंगे? जो अगली मीटिंग है, जितने उधर बैठे थे सारे लेंगे क्योंकि कह के आए मीटिंग करांगे। ਬਾਤ ਕਰਾਂਗੇ ਤੇ ਉਗਰਾਹਾਂ ਸਾਹਿਬ ਇਹ ਦੱਸੋ ਕਿ ਸੁਪਰੀਮ ਕੋਰਟ ਦੀ ਕੀ ਗੱਲ ਹੋਈ ਹੈ ਮੀਟਿੰਗ ਦੇ ਵਿੱਚ? ਸੁਪਰੀਮ ਕੋਰਟ ਦੀ 11 ਤਰੀਕ ਦੀ ਕੋਈ ਕਿਸੇ ਨੇ ਰਿਟ ਰੁੱਟ ਪਾਈ ਹੈ, ਸਾਨੂੰ ਨਹੀਂ ਪਤਾ ਉਹਦਾ ਕੀ ਫੈਸਲਾ ਹੋਣਾ, ਕੀ ਹੋਣਾ। ਆਪਾਂ ਨੂੰ ਸੁਪਰੀਮ ਕੋਰਟ ਕਿਹਦੇ ਪੱਖ ਜਾਂਦਾ ਹੈ? ਅਸੀਂ ਕੋਰਟ ਦੇ ਵਿੱਚ ਗਏ ਨਹੀਂ ਜੀ, ਸਾਡਾ ਕੋਰਟ ਦੇ ਵਿੱਚ ਜਾਣ ਦਾ ਜਥੇਬੰਦੀਆਂ ਦਾ ਕੋਈ ਫੈਸਲਾ ਨਹੀਂ। ਤੇ ਇਸ ਕਰਕੇ ਮੀਟਿੰਗ ਨਹੀਂ ਹੋ ਸਕੀ ਕਿਉਂਕਿ ਉਗਰਾਹਾਂ ਜਿਹੜੀ ਸੁਪਰੀਮ ਕੋਰਟ ਦੀ ਮੀਟਿੰਗ ਹੈਗੀ ਹੈ ਉਸ ਤੋਂ ਬਾਅਦ ਹੀ ਮੀਟਿੰਗ ਹੋਏਗੀ, ਇਹ ਕਿਹਾ ਗਿਆ? ਨਹੀਂ ਇਹ ਤਾਂ ਨਹੀਂ ਕੋਈ ਕਿਹਾ, ਉਹਦਾ ਮੀਟਿੰਗ ਦਾ ਤਾਂ ਕੋਈ ਟਿੱਕਾ ਨਹੀਂ। ਉਦੋਂ ਪਹਿਲਾਂ ਉਹ ਕਹਿੰਦੇ ਵੀ ਰਾਏ ਲੈਣੀ, ਅਸੀਂ ਰਾਏ ਲੈ ਕੇ ਬਾਅਦ ਚ ਕਰਾਂਗੇ। ਉਗਰਾਹਾਂ ਸਾਹਿਬ, ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਇਹ ਅੰਦੋਲਨ ਕਿਉਂਕਿ ਲੱਗਦਾ ਸੀ ਜਿਵੇਂ ਕੱਲ ਦਾ ਪੰਜਾਬ ਦੇ ਲੋਕਾਂ ਦਾ ਯਾਰ ਪਹਿਲਾਂ ਹੀ ਕਿਹਾ ਹੋਇਆ ਸਾਡਾ ਵੀ ਇਹ ਲੰਮਾ ਚੱਲੂਗਾ ਅੰਦੋਲਨ। ਭਾਈ ਵਿਸਾਖੀਆਂ ਲੋਹੜੀਆਂ ਇੱਥੇ ਲੰਘਣਗੀਆਂ, ਤੁਹਾਨੂੰ ਪਹਿਲਾਂ ਕਿਹਾ ਹੋਇਆ, ਸੋਨੂੰ ਵੀ ਕਿਹਾ ਹੋਇਆ ਵੀ ਲੰਮਾ ਚੱਲੂਗਾ ਅੰਦੋਲਨ। ਹੁਣ ਤੁਸੀਂ ਮੀਡੀਆ ਵਾਲੇ ਹੋ, ਤੁਸੀਂ ਨੇ ਸਾਨੂੰ ਸਵਾਲ ਪੁੱਛਣਾ ਵੀ ਕੀ ਨਿਕਲਿਆ, ਸੀ ਕਹਿੰਦਾ ਭਾਈ ਕੁਛ ਨਹੀਂ। ਜਦੋਂ ਇਧਰੋਂ ਗਏ ਆ ਤੁਸੀਂ ਉਦੋਂ ਪੁੱਛਿਆ ਸਾਨੂੰ ਵੀ ਕੀ ਨਿਕਲੂਗਾ, ਅਸੀਂ ਕਿਹਾ ਵੀ ਕੁਛ ਨਹੀਂ। ਜਦੋਂ ਆ ਕੇ ਤੁਸੀਂ ਪੁੱਛਿਆ ਵੀ ਕੀ ਨਿਕਲਿਆ, ਸੀ ਨੇ ਕਹਿੰਦਾ ਕੁਛ ਨਹੀਂ। ਜਿੱਥੇ ਤੁਸੀਂ ਖੜੇ ਉੱਥੇ ਅਸੀਂ ਖੜੇ, ਉੱਥੇ ਸਰਕਾਰ ਖੜੀ ਹੈ, ਜੇ ਕੁਛ ਨਹੀਂ। ਉਗਰਾਹਾਂ ਸਾਹਿਬ, ਕਦੋਂ ਲੋਕ ਇਹ ਚੱਲਦਾ ਰਹੇਗਾ ਕਿ ਕੁਛ ਨਹੀਂ ਕਿਵੇਂ ਤੱਕ, ਕਿੰਨੀ ਦੇਰ ਤੱਕ ਚੱਲਦਾ? ਜਿੰਨਾ ਚਿਰ ਆਪਣੇ 'ਚ ਲੜਨ ਦਾ ਮਾਦਾ ਉਨਾ ਚਿਰ, ਜਿੰਨਾ ਚਿਰ ਉਹਨਾਂ ਦਾ ਪੋਲੀਟੀਕਲ ਨੁਕਸਾਨ ਹੋ ਜਾਏ ਉਨਾ ਚਿਰ, ਜਿੰਨਾ ਚਿਰ ਉਹਨਾਂ ਦੀ ਕੁਰਸੀ ਨਹੀਂ ਮਿਟਕਦੀ ਉਨਾ ਚਿਰ। ਅਸੀਂ ਕਿੰਨਾ ਚਿਰ ਲੜ ਸਕਦੇ ਹਾਂ ਅੰਦੋਲਨ, ਇਹਨੂੰ ਸ਼ਾਂਤਮਈ ਕਿੰਨਾ ਚਿਰ ਰੱਖ ਸਕਦੇ ਹਾਂ, ਇਹ ਅੰਦੋਲਨ ਨੂੰ ਲੰਮਾ ਕਿੰਨਾ ਚਿਰ ਰੱਖਦੇ ਹਾਂ, ਉਹ ਸਾਡਾ ਦਮ ਦੇਖਦੇ ਨੇ। ਅਸੀਂ ਆਪਣਾ ਦਮ ਦਿਖਾਉਣਾ ਹੈ। ਸਾਨੂੰ ਕਿੰਨੇ ਲੋਕਾਂ ਦਾ ਸਮਰਥਨ ਮਿਲ ਗਿਆ, ਇਹ ਨੈਸ਼ਨਲ ਪੱਧਰ ਤੋਂ ਮਿਲ ਗਿਆ, ਇੰਟਰਨੈਸ਼ਨਲ ਪੱਧਰ ਤੋਂ ਕਿੰਨਾ ਸਮਰਥਨ ਮਿਲਦਾ ਹੈ, ਇਹ ਘੋਲ ਉਹਦੇ 'ਚ ਇਹਦੀ ਕਾਮਯਾਬੀ ਹੈ। ਜੇ ਘੋਲ ਜੇ ਮਤਲਬ ਇਹਦੇ 'ਚ ਐਂ ਹੁੰਦਾ ਵੀ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ, ਸ਼ਾਇਦ ਇਹ ਗੱਲ ਕਿੱਦੇ ਦੀ ਮੁੱਕ ਗਈ। ਇਹ ਘੋਲ ਤਾਂ ਵੱਧਦਾ ਜਾ ਰਿਹਾ ਹੈ। ਇਹ ਸਾਰੀਆਂ ਸਟੇਟਾਂ 'ਚ ਹੋ ਗਿਆ, ਸਾਰੇ ਨੈਸ਼ਨਲ ਪੱਧਰ ਤੇ ਇਹ ਘੋਲ ਹੋ ਗਿਆ, ਇੰਟਰਨੈਸ਼ਨਲ ਪੱਧਰ ਤੇ ਹੋ ਗਿਆ। ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਆਉਣਾ ਸੀ 26 ਜਨਵਰੀ ਨੂੰ, ਉਹਨੇ ਜਵਾਬ ਦੇ ਦਿੱਤਾ। ਯਾਨੀ ਦੂਜੇ ਦੇਸ਼ਾਂ ਦੇ ਵਿੱਚ ਅੰਦੋਲਨ ਹੋ ਰਿਹਾ ਹੈ, ਸਹਾਰਾ ਮਿਲ ਰਿਹਾ ਸਾਨੂੰ, ਇਹ ਤਕੜਾ ਹੋ ਰਿਹਾ ਅੰਦੋਲਨ। ਫਿਰ ਠੀਕ ਹੈ, ਜਿੰਨੀ ਲੰਮੀ ਪਾਉਂਦੇ ਨੇ ਕੰਬਲੀ, ਜਿੰਨੀ ਭਿੱਜੀ ਜਾਂਦੀ ਉਨੀ ਭਾਰੀ ਹੋਈ ਜਾਂਦੀ ਹੈ। ਇਹ ਦੇਖਣਾ ਸਰਕਾਰ। ਤੁਹਾਨੂੰ ਲੱਗਦਾ ਇੱਕ ਦਿਨ ਬੀਜੇਪੀ ਦੀ ਗਵਰਨਮੈਂਟ ਦੀ ਬਲੀ ਲੈਤੀ ਜਾਊਗੀ? ਇੱਕ ਗੱਲ ਕਿ ਬਿਹਾਰ ਤੇ ਜਿਹੜਾ ਹਰਿਆਣੇ ਦੇ ਵਿੱਚ ਭਮੱਕੜ ਜੇ ਫੈਲਣੇ ਸ਼ੁਰੂ ਹੋ ਗਏ ਇਹਨਾਂ ਦੇ ਉੱਡਣ ਦੇ। ਬਸ ਇਹ ਤੁਸੀਂ ਦੇਖਣੇ ਨੇ, ਤੁਹਾਡੇ ਕੋਲ ਐਨ ਕੰਮ ਭਮੱਕੜ ਦੇਖਣੇ, ਪਰ ਉਹ ਸਾਨੂੰ ਨਹੀਂ ਪਤਾ। ਮੈਂ ਬੂਟਾ ਸਿੰਘ ਸ਼ਾਦੀਪੁਰ, ਪ੍ਰਧਾਨ ਭਾਰਤੀ ਕਿਸਾਨ ਮੰਚ ਏਕਤਾ। ਅੱਜ ਦੀ ਜੋ ਮੀਟਿੰਗ ਸੀ ਉਹ ਬੇਸਿੱਟਾ ਰਹੀ ਤੇ ਸਰਕਾਰ ਦੀਆਂ ਨੀਤੀਆਂ 'ਚ ਫਰਕ ਹੈ। ਇਸੇ ਕਰਕੇ ਮੈਨੂੰ ਲੱਗਦਾ ਵੀ ਕਈ ਮੀਟਿੰਗਾਂ ਹੋ ਗਈਆਂ ਉਹ ਬੇਸਿੱਟਾ ਹੀ ਨੇ, ਕੋਈ ਉਹਦੇ 'ਚ ਰਿਜ਼ਲਟ ਨਹੀਂ ਨਿਕਲ ਕੇ ਆ ਰਿਹਾ। ਇਸ ਕਰਕੇ ਅੱਜ ਕੋਈ ਚੈਨਲ ਤੇ ਕਹਿਣ ਨੂੰ ਤਾਂ ਮੈਨੂੰ ਲੱਗਦਾ ਨਹੀਂ ਕੁਝ ਹੋਵੇ, ਕੋਈ ਗੱਲ ਨਹੀਂ ਕਹਿਣ ਵਾਲੀ ਇਹਦੇ 'ਚ ਵੀ ਆਪਾਂ ਕੀ ਕਹੀਏ, ਕਿਉਂਕਿ ਸਰਕਾਰ ਦੀ ਨੀਅਤ ਅਜੇ ਸਾਫ਼ ਲੱਗਦੀ ਨਹੀਂ। ਇਸ ਕਰਕੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹੁਣ ਅਗਲੀ ਤਰੀਕ ਸਰਕਾਰ ਨੇ 15 ਰੱਖੀ ਹੈ ਲੋਹੜੀ ਤੋਂ ਬਾਅਦ, ਤੇ 15 ਤਰੀਕ ਦੇ ਵਿੱਚ ਵੇਖੋ ਕੀ ਨਿਕਲ ਕੇ ਆਉਂਦਾ ਹੈ। ਕੋਈ ਸਮਝ ਤੋਂ ਬਾਹਰ ਹੈ ਸਾਰੀ ਸਟੋਰੀ। ਸਾਰੀ ਦੁਨੀਆ ਸੜਕਾਂ ਤੇ ਬੈਠੀ ਹੈ ਤੇ ਸਰਕਾਰ ਅਜੇ ਵੀ ਇਹ ਗੱਲ ਕਹਿ ਰਹੀ ਕਿ ਕੁਝ ਲੋਕ ਜਿਹੜੇ ਨੇ, ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇਹਦੇ ਪੱਖ 'ਚ ਨੇ। ਇਸ ਕਰਕੇ ਸਮਝ ਤੋਂ ਸਾਰੀ ਗੱਲ ਬਾਹਰ ਹੈ। ਸਰਕਾਰ ਨੂੰ ਕੌਣ ਸਮਝਾਵੇ ਕਿ ਲੋਕ ਸਾਰੇ ਸੜਕਾਂ ਤੇ ਬੈਠੇ ਨੇ, ਸਾਰੀ ਦੁਨੀਆ ਸੜਕਾਂ ਤੇ ਬੈਠੀ, ਦੇਸ਼ ਸੜਕਾਂ ਤੇ ਬੈਠਾ ਹੈ, ਤੇ ਕਿਵੇਂ ਨਹੀਂ ਸਰਕਾਰ ਦੇ ਧਿਆਨ 'ਚ ਇਹ ਗੱਲ ਆ ਰਹੀ ਵੀ ਇਹਨਾਂ ਲੋਕਾਂ ਦੇ ਹਿੱਤ ਵਿੱਚ ਸੋਚਣਾ ਹੈ। ਅਸੀਂ ਵੇਖੋ ਜਦੀਆਂ ਵੀ ਸਰਕਾਰਾਂ ਨੇ, ਹਮੇਸ਼ਾ ਸਰਕਾਰਾਂ ਨੂੰ ਲੋਕ ਚੁਣਦੇ ਨੇ। ਲੋਕਾਂ ਨੇ ਚੁਣ ਕੇ ਸਰਕਾਰ ਬਣਾਈ, ਲੋਕਾਂ ਨੇ ਚੁਣ ਕੇ ਰਾਜ ਕਰਨ ਵਾਸਤੇ ਗੱਦੀ ਤੇ ਭਾਏ। ਉਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੇ ਚੁਣ ਕੇ ਇਹਨਾਂ ਨੂੰ ਗੱਦੀ ਤੇ ਭਾਇਆ, ਗੱਦੀ ਲਾਇਕ ਕੀਤਾ, ਇਹ ਫੈਸਲੇ ਬਣਾਉਣ ਦੇ ਲਾਇਕ ਕੀਤਾ, ਫੈਸਲੇ ਕਰਨ ਦੇ ਲਾਇਕ ਕੀਤਾ ਹੈ, ਅੱਜ ਉਹ ਲੋਕ ਜਿਹੜੇ ਨੇ ਸਾਰੇ ਸੜਕਾਂ ਤੇ ਫਿਰਦੇ ਪਏ ਨੇ। ਪਰ ਇਹਨਾਂ ਦਾ ਮੈਨੂੰ ਲੱਗਦਾ ਵੀ ਇਹਨਾਂ ਦੀ ਨੀਅਤ ਬਿਲਕੁਲ ਖੋਟੀ ਹੋ ਚੁੱਕੀ ਹੈ। ਉਹਨਾਂ ਲੋਕਾਂ ਵੱਲ ਇਹਨਾਂ ਦਾ ਬਿਲਕੁਲ ਧਿਆਨ ਨਹੀਂ, ਜਿਹੜਾ ਸਰਕਾਰ ਨੂੰ ਧਿਆਨ ਉਧਰ ਦੇਣਾ ਚਾਹੀਦਾ ਹੈ। ਸਰਕਾਰ ਐਵੇਂ ਗੁੰਗੀ ਤੇ ਬੋਲੀ ਹੋਈ ਹੈ, ਗੁੰਗਰਵਾ ਤੋਂ ਮਿੱਟੀ ਝਾੜਦੇ ਨੇ, ਕੁਝ ਨਹੀਂ ਕਰਦੇ। ਆ ਜਾਓ ਮੀਟਿੰਗ, ਚਲੇ ਜਾਓ ਮੀਟਿੰਗ, ਆ ਜਾਓ ਮੀਟਿੰਗ, ਚਲੇ ਜਾਓ ਮੀਟਿੰਗ 'ਚ। ਇਹ ਕੁਛ ਨਹੀਂ ਬਣਦਾ, ਨਾ ਇਹਦੇ ਨਾਲ ਕੁਝ ਹੋਣ ਵਾਲਾ। ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਨਹੀਂ। ਸਰਕਾਰ ਨੂੰ ਨੀਅਤ ਸਾਫ਼ ਕਰਨੀ ਚਾਹੀਦੀ ਹੈ, ਸਾਫ਼ ਨੀਅਤ ਕਰਕੇ ਹੀ ਮੀਟਿੰਗ 'ਚ ਬਹਿਣਾ ਚਾਹੀਦਾ ਹੈ। ਅਸੀਂ ਫਿਰ ਤੁਹਾਡੇ ਚੈਨਲ ਦੇ ਰਾਹੀਂ ਇੱਕ ਵਾਰ ਸਰਕਾਰ ਨੂੰ ਇਹ ਗੱਲ ਕਹਿ ਦੇਣੀ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਰਾ ਦੇਸ਼ ਸੜਕਾਂ ਤੇ ਆ, ਤੇ ਕੇਂਦਰ ਸਰਕਾਰ ਨੂੰ। हमारे साथ अभिमन्यु जी बैठे हुए हैं, शिव कुमार कक्का जी हैं, जगजीत सिंह डल्लेवाल जी हैं, राजेवाल जी हैं, रुलदू सिंह जी हैं, बंगू जी हैं, सरजीत फूल जी हैं, कुलवंत संधू जी, और उनके साथ सभी जो मीटिंग में थे सिरसा जी। आइए बात करते हैं जगजीत सिंह राजेवाल जी से बात करते हैं। राजेवाल जी, ਅੱਜ ਦੀ ਮੀਟਿੰਗ ਦੇ ਵਿੱਚ ਜਿਵੇਂ ਪੰਜਾਬੀ ਚ ਕਰਦੇ ਹਾਂ। ਅੱਜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਸਰਕਾਰ ਦਾ ਵਤੀਰਾ ਅੱਜ ਸਖਤ ਸੀ,
ਔਰ ਅਸੀਂ ਉਹਨਾਂ ਨੂੰ ਬੜਾ ਸਾਫ਼ ਕਹਿ ਦਿੱਤਾ ਹੈ ਵੀ ਕਾਨੂੰਨ ਰਿਪੀਲ ਕੀਤੇ ਤੇ ਬਿਨਾਂ ਦੂਜੀ ਸਾਡੀ ਕੋਈ ਗੱਲ ਨਹੀਂ। ਉਹਨਾਂ ਨੇ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ, ਅਸੀਂ ਬੜੇ ਸਪਸ਼ਟ ਸ਼ਬਦਾਂ 'ਚ ਕਹਿਤਾ ਵੀ ਇਕੱਲਾ ਕੰਸਟੀਟਿਊਸ਼ਨਲ ਵੈਲਿਡਿਟੀ ਦਾ ਮਸਲਾ ਨਹੀਂ, ਕਿਸਾਨਾਂ ਦੇ ਭਵਿੱਖ ਦਾ ਸਵਾਲ ਹੈ। ਬਹੁਤ ਸਾਰੇ ਮੁੱਦੇ ਇਹਦੇ ਨਾਲ ਜੁੜੇ ਨੇ, ਸੁਪਰੀਮ ਕੋਰਟ ਨੂੰ ਇਹਦੇ 'ਚ ਦਖਲ ਨਹੀਂ ਦੇਣਾ ਚਾਹੀਦਾ। ਔਰ ਅਸੀਂ ਸਰਕਾਰ ਜਦੋਂ ਤੱਕ ਸਰਕਾਰ ਇਹ ਰਿਪੀਲ ਨਹੀਂ ਕਰਦੀ ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ। ਔਰ ਇਸੇ ਤਰ੍ਹਾਂ ਅਸੀਂ ਇਹ ਵੀ ਬੜਾ ਸਾਫ਼ ਕਹਿ ਦਿੱਤਾ ਵੀ 26 ਤਾਰੀਖ ਦਾ ਸਾਡਾ ਜਿਹੜਾ ਪ੍ਰੋਗਰਾਮ ਉਹ ਅਟੱਲ ਹੈ ਤੇ ਜਾਂ ਤਾਂ ਸਰਕਾਰ ਉਹ ਤੋਂ ਪਹਿਲਾਂ ਇਹਨਾਂ ਨੂੰ ਰਿਪੀਲ ਕਰ ਦੇ ਤੇ ਨਹੀਂ ਫਿਰ ਜਿਹੜਾ ਅੰਦੋਲਨ ਉਹ ਜਾਰੀ ਰਹੇਗਾ। ਧੰਨਵਾਦ ਜੀ। ਹੁਣ ਗੱਲ ਕਰਦੇ ਹਾਂ ਜੀ ਕੁਲਵੰਤ ਸੰਧੂ ਜੀ, ਤੁਹਾਡੇ ਵਿਚਾਰ ਜੀ। ਅੱਜ ਜੀ ਸਰਕਾਰ ਦੀ ਬੇਈਮਾਨੀ ਸੀਗੀ। ਪਿਛਲੀ ਮੀਟਿੰਗ ਵਿੱਚ ਸਾਨੂੰ ਨਹੀਂ ਕਿਹਾ ਸੀਗਾ ਕਿ ਇਹ ਤਿੰਨਾਂ ਕਾਨੂੰਨਾਂ ਬਾਰੇ ਸਾਨੂੰ ਕਈ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਪੈਣਾ। ਅਸੀਂ ਤੁਹਾਨੂੰ 8 ਦੀ ਮੀਟਿੰਗ ਦੱਸਾਂਗੇ। ਅਸੀਂ ਉਹਨਾਂ ਕੀ ਵਿਚਾਰ ਵਟਾਂਦਰਾ ਕੀਤਾ, ਉਹ ਕਹਿਣ ਲੱਗੇ ਜੀ ਮੈਜੋਰਟੀ ਕਿਸਾਨ ਤੇ ਮੈਜੋਰਟੀ ਸਟੇਟਾਂ ਹੱਕ 'ਚ ਆ, ਜਦ ਕਿ ਉਹਦਾ ਝੂਠ ਆ। ਇੱਕ ਜਥੇਬੰਦੀ ਇਹਨਾਂ ਨੂੰ ਛੱਡ ਕੇ ਇੱਕ ਵੀ ਜਥੇਬੰਦੀ ਨਹੀਂ ਹਿੰਦੁਸਤਾਨ ਦੀ ਜਿਹੜੀ ਸਪੋਰਟ ਕਰਦੀ ਹੋਵੇ ਉਹਨਾਂ ਦੇ ਵਤੀਰੇ ਵਾਂਗ ਹੀ ਫਿਰ ਕਿਸਾਨ ਜਥੇਬੰਦੀਆਂ ਵਤੀਰਾ ਉਦੋਂ ਵੀ ਸਖਤ ਸੀ। ਉਹਨਾਂ ਨੇ ਸਾਨੂੰ ਕਿਹਾ ਵੀ ਕੋਰਟ 'ਚ ਆਓ 11 ਨੂੰ, ਅਸੀਂ ਕਹਿੰਦੇ ਡੇਲੀ ਬੇਸ 'ਤੇ ਸੁਣਵਾਈ ਕਰਕੇ ਫੈਸਲਾ ਕਰ ਦਿਓ। ਤੇ ਫਿਰ ਸਾਡੇ ਬੁਲਾਰੇ ਨੇ ਰਾਜੇਵਾਲ ਸਾਹਿਬ ਨੇ ਕਹਿਤਾ ਵੀ ਸੁਪਰੀਮ ਕੋਰਟ ਸਾਡੇ ਖਿਲਾਫ ਵੀ ਫੈਸਲਾ ਕਰ ਦੇਵੇ ਤਾਂ ਵੀ ਸਾਡਾ ਅੰਦੋਲਨ ਖਤਮ ਨਹੀਂ ਹੋਊਗਾ। ਪ੍ਰਤੀਕਰਮ ਲੈਂਦੇ ਹਾਂ ਸਰਜੀਤ ਫੂਲ ਜੀ ਦਾ। ਫੂਲ ਸਾਹਿਬ, ਜੋ ਅੱਜ ਖੇਤੀ ਮੰਤਰੀ ਨੇ ਅੰਦਰ ਇਹ ਗੱਲ ਕਹੀ ਹੈ ਕਿ ਕਾਨੂੰਨ ਰੱਦ ਨਹੀਂ ਕਰਾਂਗੇ, ਉਹਦੇ ਉੱਪਰ ਤੁਹਾਡਾ ਕੀ ਪ੍ਰਤੀਕਰਮ? ਦੇਖੋ ਜੀ, ਸਾਡਾ ਸਾਰੀਆਂ ਜਥੇਬੰਦੀਆਂ ਦਾ ਪ੍ਰਤੀਕਰਮ ਇਹੀ ਹੈ। ਅਸੀਂ ਉੱਥੇ ਵੀ ਕਿਹਾ ਵੀ ਰਿਪੀਲ ਤੋਂ ਉਰੇ ਕੋਈ ਗੱਲ ਨਹੀਂ ਕਰਨੀ। ਅਸੀਂ ਘੱਟੋ ਘੱਟ ਜਦੋਂ ਥੱਲੇ ਵੀ ਆ ਗਏ ਸੀ ਅਸੀਂ ਕਿਹਾ ਵੀ ਨਾ ਅਸੀਂ ਗੱਲ ਕਰਾਂਗੇ, ਨਾ ਅਸੀਂ ਲੰਗਰ ਖਾਵਾਂਗੇ ਉਹਨਾਂ ਚਿਰ, ਨਾ ਅਸੀਂ ਚਾਹ ਪੀਵਾਂਗੇ ਜਿੰਨਾ ਚਿਰ ਤੱਕ ਇਹਦੇ ਬਾਰੇ ਆਪਦਾ ਸਪਸ਼ਟ ਫੈਸਲਾ ਨਹੀਂ ਦਿੰਦਾ। ਫਿਰ ਉਹਨਾਂ ਨੇ ਉੱਪਰ ਆ ਕੇ ਸਾਨੂੰ ਇਹ ਗੱਲ ਕਹੀ ਹੈ ਵੀ ਜਾਂ ਤਾਂ ਫਿਰ ਕੋਰਟ ਵਾਲਾ ਰਾਹ ਅਪਣਾ ਲਓ ਜਾਂ ਫਿਰ ਤੁਸੀਂ ਕੋਈ ਗਰੁੱਪ ਬਣਾ ਲਓ, ਇਨਫਾਰਮਲ ਗਰੁੱਪ 5-7 ਬੰਦਿਆਂ ਦਾ, ਪਰ ਕਾਨੂੰਨ ਅਸੀਂ ਰਿਪੀਲ ਨਹੀਂ ਕਰ ਸਕਦੇ ਕਿਉਂਕਿ ਬਹੁ ਗਿਣਤੀ ਜਿਹੜਾ ਦੇਸ਼ ਦੇ ਲੋਕ ਹੈ, ਕਿਸਾਨ ਹੈ, ਉਹ ਰਿਪੀਲ ਨਹੀਂ, ਉਹ ਕਾਨੂੰਨ ਦੇ ਪੱਖ 'ਚ ਨੇ। ਅਸੀਂ ਸਰਕਾਰ ਹੈ ਇਸ ਦਿਸ਼ਾ ਦੇ ਵਿੱਚ ਰਿਪੀਲ ਕਰਨ ਵਾਲੀ ਦਿਸ਼ਾ 'ਚ ਨਹੀਂ ਜਾ ਸਕਦੀ। ਇਸ ਕਰਕੇ ਰਿਪੀਲ ਕਰਨ ਤੋਂ ਉਰਾਂ ਜੋ ਤੁਸੀਂ ਕੋਈ ਹੋਰ ਇਹਦੇ ਵਿੱਚ ਕਰਨਾ ਚਾਹੁੰਦੇ ਆ ਉਹ ਕਰ ਲਓ। ਇਹ ਸਨ ਫੂਲ ਜੀ। ਰੁਲਦੂ ਸਿੰਘ ਜੀ, ਜਿਵੇਂ ਉਹ ਕਹਿ ਰਹੇ ਕਿ ਬਹੁ ਗਿਣਤੀ ਦੇ ਵਿੱਚ ਕਿਸਾਨ ਜੋ ਨੇ ਉਹ ਕਾਨੂੰਨਾਂ ਦੇ ਹਮਾਇਤ ਦੇ ਵਿੱਚ ਨੇ, ਇਹ ਸਰਕਾਰ ਕੀ ਕਰ ਰਹੀ ਹੈ? ਸਾਡੇ ਜਿਹੜੇ 4 ਬੁਲਾਰੇ ਅਸੀਂ 32 ਜਥੇਬੰਦੀ ਰੱਖੇ, ਉਹਨਾਂ ਨੇ ਬਹੁਤ ਖੁੱਲ੍ਹ ਕੇ ਗੱਲ ਰੱਖੀ ਹੈਗੀ। ਮੈਂ ਤਾਂ ਇਹ ਕਹਿੰਦਾ ਵੀ ਇਸ ਗੱਲ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜਿਹੜੀ ਸਾਡੇ ਬੁਲਾਰੇ ਨੇ ਗੱਲ ਰੱਖੀ ਹੈ। ਸਪਸ਼ਟ ਕਰਤਾ ਵੀ ਜਿੰਨਾ ਚਿਰ 3 ਨੂੰ ਰੱਦ ਨਹੀਂ ਕਰਦੇ ਅਸੀਂ ਤੋਂ ਜਾਵਾਂਗੇ ਨਹੀਂ। ਇੱਥੋਂ ਤੱਕ ਵੀ ਕਹਿਤਾ ਜੇ ਕੋਰਟ ਨੇ ਸਾਡੇ ਉਲਟ ਵੀ ਕਰਤਾ ਅਸੀਂ ਤਾਂ ਵੀ ਨਹੀਂ ਜਾਵਾਂਗੇ। ਸਾਡੇ ਇੱਕ ਲੀਡਰ ਨੇ ਇਹ ਵੀ ਕਹਿਤਾ ਇਦੋਂ ਸਾਡੇ ਤੁਸੀਂ ਗੋਲੀ ਮਾਰੋ, ਪਹਿਲਾਂ ਸਾਨੂੰ ਮਾਰ ਦਿਓ ਫਿਰ ਕਾਨੂੰਨ ਲਾਗੂ ਕਰ ਲਿਓ। ਇਹ ਇਕੱਲਾ ਇਹਨਾਂ ਦਾ ਕਹਿਣ ਨਹੀਂ, ਜੋ ਸਾਡੇ ਲੀਡਰ ਨੇ ਕਹੀ ਹੈ ਸਾਡੀ ਗੱਲ ਕਹੀ ਆ ਆਪਦੇ ਮੂੰਹ ਰਾਹੀਂ, ਪਰ ਸਿਰਫ ਸਾਡੀ ਇੱਕ ਅਸੂਲ ਹੈ, ਸਾਡੇ ਬੁਲਾਰੇ ਬੋਲਦੇ ਦੂਜਾ ਬੋਲੇ ਜੀ ਬਥੇਰਾ ਦੂਜਿਆਂ ਦਾ ਕਰਦੇ, ਮੈਂ ਵੀ ਕਹਾਂ ਗੱਲ, ਪਰ ਜੋ ਸਾਡੇ ਬੁਲਾਰਿਆਂ ਨੇ ਗੱਲ ਬੋਲੀ ਹੈ ਉਹ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਹੈ। ਬਹੁਤ ਧੰਨਵਾਦ। ਭੰਗੂ ਸਾਹਿਬ, ਤੁਹਾਡਾ ਇਹ ਸੁਪਰੀਮ ਕੋਰਟ ਵਾਲੇ ਮੈਟਰ ਤੇ ਜੋ ਗੱਲ ਉਹਨਾਂ ਕੀਤੀ ਹੈ ਉਹਦੇ ਪ੍ਰਤੀ ਕੀ ਪ੍ਰਤੀਕਰਮ ਹੈ ਜੀ? ਦੇਖੋ, ਸੁਪਰੀਮ ਕੋਰਟ ਨਾ ਤਾਂ ਅਸੀਂ ਗਏ, ਅਸੀਂ ਆਪ ਪਟੀਸ਼ਨ ਨਹੀਂ ਕੀਤੀ, ਸਰਕਾਰ ਨੇ ਮੈਨੇਜ ਕਰਕੇ ਸਾਡੇ ਖਿਲਾਫ ਪਟੀਸ਼ਨ ਕਰਾਈ ਹੈ, ਅਸੀਂ ਉਹਦਾ ਰਿਸਪੌਂਸ ਦੇ ਦੇਣਾ। ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ ਨਹੀਂ ਕਰਦੀ ਹੈ, ਫਿਲਹਾਲ ਸਾਡਾ ਉਹਦੇ ਨਾਲ ਕੋਈ ਸਰਕਾਰ ਨਹੀਂ ਹੈ। ਐਜੀਟੇਸ਼ਨ ਚੱਲਦੀ ਹੈ, ਸਰਕਾਰ ਦਾ ਰੁਖ ਬੜਾ ਸਖਤ ਹੈ। ਜਿੰਨਾ ਸਰਕਾਰ ਦਾ ਰੁਖ ਸਖਤ ਹੈ ਉਸ ਤੋਂ ਜ਼ਿਆਦਾ ਸਾਡਾ ਸਖਤ ਹੈ। ਅਸੀਂ ਆਪਣੀ ਐਜੀਟੇਸ਼ਨਾਂ ਨੂੰ ਹੋਰ ਇੰਟੈਂਸੀਫਾਈ ਕਰਨ ਲਈ 26 ਜਨਵਰੀ ਦਾ ਐਕਸ਼ਨ ਹੈ ਉਸ ਨੂੰ ਕਾਮਯਾਬ ਕਰਨ ਲਈ ਪੂਰਾ ਜ਼ੋਰ ਲਾਵਾਂਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਉਹ ਇਹਨਾਂ ਨੂੰ ਰਿਪੀਲ ਕਰੇ, MSP ਦੇ ਕਾਨੂੰਨ ਬਣਾਵੇ। ਸੁਪਰੀਮ ਕੋਰਟ ਜੋ ਕਰਦੀ ਹੈ, ਸੁਪਰੀਮ ਕੋਰਟ ਦਾ ਸਾਡਾ ਕੋਈ ਬਹੁਤਾ ਵਾਸਤਾ ਨਹੀਂ ਹੈ, ਨਾ ਸਾਡੇ ਮੇਰੇ ਖਿਆਲ ਉਹ ਬਾਈਂਡਿੰਗ ਹੈ। ਆਓ ਜੀ ਗੱਲ ਕਰਦੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ, ਉਹਨਾਂ ਦਾ ਇਸ ਸਾਰੇ ਵਿਸ਼ੇ ਦੇ ਪ੍ਰਤੀ ਕੀ ਵਿਚਾਰ? ਦੇਖੋ, ਜਿਹੜੀ ਅੱਜ ਮੀਟਿੰਗ ਹੋਈ ਹੈ ਬੜੀ ਸਪਸ਼ਟ ਹੀ ਹੈ ਗੱਲ। ਇਹ ਤਾਂ ਅੱਜ ਦੀ ਮੀਟਿੰਗ ਹੈ ਜਿਹੜੀ ਬਿਲਕੁਲ ਬੇਸਿੱਟਾ ਹੈ। ਇਸ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਿਆ। ਸਰਕਾਰ ਦੀ ਬਾਰ-ਬਾਰ ਉਹੀ ਪੁਰਾਣੀ ਰਾਟਾ ਹੈ ਜਿਹੜੀ ਦੁਬਾਰਾ ਫਿਰ ਸ਼ੁਰੂ ਕੀਤੀ ਹੈ ਕਿ ਇਹਦੇ ਤੇ ਤੁਸੀਂ ਸੋਧਾਂ ਕਰਾ ਲਓ। ਸੋਧਾਂ ਕਰਨ ਲਈ ਸਰਕਾਰ ਤਿਆਰ ਹੈ। ਸਰਕਾਰ ਦਾ ਰੁਖ ਸੀ ਜਿਹੜਾ ਅੱਜ ਕਿਸਾਨਾਂ ਪ੍ਰਤੀ ਔਰ ਸਾਡੇ ਅੰਦੋਲਨ ਪ੍ਰਤੀ, ਇਹਦੇ ਪ੍ਰਤੀ ਪੂਰਾ ਸਪਸ਼ਟ ਹੋ ਗਿਆ ਕਿ ਸਰਕਾਰ ਕਿਸਾਨਾਂ ਲਈ ਸੰਜੀਦਾ ਨਹੀਂ ਹੈ। ਮੈਂ ਤਾਂ ਇਹ ਵੀ ਕਹੂੰਗਾ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਅਮਰੀਕਾ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੇ ਬੜੀ ਚਿੰਤਾ ਹੈ। ਉੱਥੋਂ ਦੇ ਲੋਕਤੰਤਰਕ ਢਾਂਚੇ ਨੂੰ ਬੜਾ ਫਿਕਰਮੰਦ ਨੇ, ਉੱਥੋਂ ਦੇ ਬਾਰੇ
ਲੇਕਿਨ ਸਾਡੇ ਮਤਲਬ ਭਾਰਤ ਦੇ ਅੰਦਰ ਜੋ ਹੋ ਰਿਹਾ ਇੱਥੇ ਜਿਹੜੇ ਕਿਸਾਨ ਵਿਚਾਰੇ ਠਰ ਰਹੇ ਨੇ, ਮਰ ਰਹੇ ਨੇ, 70 ਤੋਂ ਉੱਪਰ ਕਿਸਾਨਾਂ ਦੀ ਡੈਥ ਹੋ ਚੁੱਕੀ ਹੈ। ਇਹਦੇ ਤੇ ਸਾਡੇ ਪ੍ਰਧਾਨ ਮੰਤਰੀ ਜੀ ਬਿਲਕੁਲ ਨਿਸ਼ਚਿੰਤ ਬੈਠੇ ਆ, ਇਹਦੇ ਤੇ ਕੋਈ ਚਿੰਤਾ ਨਹੀਂ। ਔਰ ਅਗਲੀ ਗੱਲ ਅਸੀਂ ਇਹ ਸਪਸ਼ਟ ਕਰਕੇ ਆਏ ਹਾਂ ਕਿ ਇਹ ਕਲੀਅਰ ਹੈ ਕਿ ਕਿਸਾਨ ਕਾਨੂੰਨਾਂ ਨੂੰ ਰਿਪੀਲ ਕਰਾਉਣ ਲਈ, ਰੱਦ ਕਰਾਉਣ ਲਈ ਆਏ ਆ। ਰੱਦ ਕਰਨ ਤੋਂ ਉਰੇ ਕੋਈ ਗੱਲ ਨਹੀਂ, ਭਾਵੇਂ ਇਹਦੀ ਸੰਵਿਧਾਨਕ ਮਾਨਤਾ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ ਉਹ ਵੀ ਹੈ, ਲੇਕਿਨ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਹੈ ਕਿ ਇਹ ਕਾਨੂੰਨ ਸਾਡੇ ਕਿਸਾਨਾਂ ਦੀ ਮੌਤ ਦੇ ਵਾਰੰਟ ਹੈ ਔਰ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਕਾਨੂੰਨਾਂ ਨੂੰ ਮਾਨਤਾ ਨਹੀਂ ਦੇਣ ਦਿਆਂਗੇ, ਚਾਹੇ ਕੁਛ ਵੀ ਹੋਵੇ। ਔਰ ਅਸੀਂ ਤਾਂ ਇਹ ਵੀ ਕਹਿ ਕੇ ਆਏ ਹਾਂ, ਜਿਵੇਂ ਸਰਕਾਰ ਦਾ ਬਾਰ-ਬਾਰ ਗੱਲ ਆਉਂਦੀ ਸੀ ਕਿ ਬਹੁਤ ਸਾਰਾ ਦੇਸ਼ ਦੇ ਕਿਸਾਨ ਜਿਹੜੇ ਸਾਡੇ ਨਾਲ ਨੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਹੈ। ਅਸੀਂ ਤਾਂ ਕਲੀਅਰ ਕੱਟ ਇਹ ਵੀ ਕਿਹਾ ਕਿ ਆਹ ਜਿਹੜੇ ਬੈਠੇ ਨੇ ਇਹ ਤੁਹਾਨੂੰ ਸ਼ਾਇਦ ਅੱਤਵਾਦੀ ਲੱਗਦੇ ਹੋਣ, ਇਹ ਸ਼ਾਇਦ ਤੁਹਾਨੂੰ ਠੀਕ ਨਾ ਲੱਗਦੇ ਹੋਣ, ਕਿਸਾਨ ਤੁਹਾਨੂੰ ਤੁਹਾਡੇ ਵਿਰੋਧੀ ਦਿਸਦੇ ਹੋਣ, ਇਹਨਾਂ ਦੇ ਉੱਤੇ ਗੋਲੀਆਂ ਮਾਰ ਲਓ, ਇਹਨਾਂ ਨੂੰ ਗੋਲੀਆਂ ਮਾਰ ਕੇ ਇਹਨਾਂ ਨੂੰ ਖਤਮ ਕਰ ਲਓ ਤੇ ਉਹਨਾਂ ਨੂੰ ਰੱਖ ਲਓ ਜੇ ਤੁਹਾਨੂੰ ਉਹ ਤੁਹਾਡੇ ਪੱਖ ਦੇ ਲੱਗਦੇ ਨੇ। ਪਰ ਕਿਸਾਨ ਜਾਣਗੇ ਨਹੀਂ, ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਇਹ ਗੱਲ ਹੈ। ਦੂਸਰੀ ਗੱਲ, ਅੱਜ ਮੈਨੂੰ ਪਤਾ ਲੱਗਿਆ ਹੈ ਕਿ ਸੁਖਬੀਰ ਬਾਦਲ ਜੀ ਵੱਲੋਂ ਇੱਕ ਬਿਆਨ ਆਇਆ ਹੈ ਕਿ ਪੁਲਿਸ ਤੰਗ ਕਰ ਰਹੀ ਹੈ। ਇੱਥੋਂ ਦੀ ਮੈਨੂੰ ਲੱਗਿਆ ਹੈ ਉਹਨਾਂ ਨੂੰ ਇਨਫੋਰਮੇਸ਼ਨ ਗਲਤ ਮਿਲ ਗਈ ਹੈ। ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈ। ਇੱਥੇ ਜਿਹੜੇ ਜੋ ਅਫਸਰ ਆਏ ਵੀ ਨੇ ਉਹ ਮੈਨੂੰ ਨਹੀਂ ਲੱਗਿਆ ਕਿਸੇ ਨੂੰ ਮਤਲਬ ਕੋਈ ਤੰਗ ਜਾਂ ਪਰੇਸ਼ਾਨ ਕਰਦੇ ਹੋਣ। ਹਾਂ, ਇਹ ਜ਼ਰੂਰ ਆ ਗੱਲ ਕਿ ਪੰਜਾਬ ਪੁਲਿਸ ਇਸ ਗੱਲ ਤੋਂ ਪੰਜਾਬ ਸਰਕਾਰ ਸਤਰਕ ਹੋਵੇ। ਪੰਜਾਬ ਪੁਲਿਸ ਨੇ ਜੋ ਰਵੱਈਆ ਅਖਤਿਆਰ ਕੀਤਾ ਹੈ, ਇੱਕ ਮੁੰਡਿਆਂ ਨੇ ਕਿਸਾਨ ਐਂਥਮ ਗੀਤ ਗਾਇਆ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇੰਟੈਰੋਗੇਟ ਕੀਤਾ ਜਾ ਰਿਹਾ ਹੈ, ਬੜਾ ਗਲਤ ਹੈ। ਅਗਰ ਇਹ ਹੁੰਦਾ ਹੈ ਤਾਂ ਸਮਝ ਲਓ ਪੰਜਾਬ ਪੁਲਿਸ ਵੀ ਪੰਜਾਬ ਦਾ ਮਾਹੌਲ ਵਿਗਾੜਨ ਦੇ ਵਿੱਚ ਬਰਾਬਰ ਦੀ ਹਿੱਸੇਦਾਰ ਹੈ। ਔਰ ਸਾਡੇ ਕਲਾਕਾਰ ਆ ਸਾਡੇ ਜਿਹੜੇ ਕਲਾਕਾਰ ਮੁੰਡੇ ਆ, ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਆ ਈਡੀ ਵੱਲੋਂ। ਅਸੀਂ ਆਪਦੇ ਉਹਨਾਂ ਕਲਾਕਾਰਾਂ ਨੇ ਇਸ ਅੰਦੋਲਨ ਨੂੰ ਬੜਾ ਬਲ ਦਿੱਤਾ ਹੈ, ਬੜਾ ਸਹਿਯੋਗ ਆ ਉਹਨਾਂ ਨੌਜਵਾਨਾਂ ਦਾ। ਔਰ ਅਸੀਂ ਕਹਾਂਗੇ ਕਿ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ, ਸਾਰੀਆਂ ਦੀਆਂ ਸਾਰੀਆਂ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਖੜੀਆਂ। ਅਗਰ ਸਰਕਾਰ ਉਹਨਾਂ ਨਾਲ ਧੱਕੇਸ਼ਾਹੀ ਕਰੇਗੀ ਤਾਂ ਅੰਦੋਲਨ ਹੋਰ ਖਰਾਬ ਹੋਏਗਾ, ਹੋਰ ਤਕੜਾ ਹੋਏਗਾ, ਹੋਰ ਵੱਡਾ ਹੋਏਗਾ ਸਰਕਾਰ ਦੇ ਖਿਲਾਫ। ਅਗਰ ਮਾਹੌਲ ਵਿਗਾੜਦੀ ਹੈ ਸਰਕਾਰ ਤਾਂ ਸਰਕਾਰ ਜ਼ਿੰਮੇਵਾਰ ਹੋਏਗੀ। किसानों का कोई दोष नहीं होगा ਇਹਦੇ ਵਿੱਚ, ਇਹ ਗੱਲ ਤੇ ਸਰਕਾਰ सतर्क ਹੋਵੇ। अब हमारे साथ शिव कुमार कक्का जी भोपाल से। कक्का जी, आपके विचार आज की मीटिंग के ऊपर? देखिए, 9 राउंड जो बैठक हुई है उस बैठक में केवल 3 काले कानून पर हमारे नेताओं ने सबने विषय रखा है। सरकार 3 काले कानून के आसपास घूमती रही है। 9 राउंड में कोई भी नतीजा निकालने में सरकार असमर्थ रही है। साथ में ऊपर से ये तोहमत कि किसान का रवैया अड़ियल है, सरकार का रवैया अड़ियल है, ये बात स्पष्ट होती है कि 9 राउंड में भी सरकार इसको सुलझा नहीं सकी है। और ये अड़ियल रवैया सरकार का है, हमारा बिल्कुल अड़ियल नहीं है। जो कानून इस देश के अन्नदाता को नहीं चाहिए उसको आप जबरिया देकर क्या संदेश देश को देना चाहते हैं? आज भी वही वार्ता हुई है, वही चर्चा हुई है, सरकार ने उसी बात को फिर से रखा है, उसको हम लोगों ने नकार दिया है और स्पष्ट संदेश दे दिया है कि जब तक ये 3 काले कानून आप रद्द नहीं करेंगे आंदोलन हमारा चलता रहेगा। 70 किसान हम खो चुके हैं और कितनी लाशें आपको चाहिए ये हमने सरकार को कहा है। सरकार संवेदनहीन है, संवेदनशीलता बिल्कुल नहीं दिखा रही है, अलोकतांत्रिक है। पूरे आंदोलन में मैं खास तौर से लोकतंत्र की दुहाई दे रहे हैं हमारे मंत्री जी। हम लोकतंत्र को खोज रहे हैं कि लोकतंत्र कहाँ खो गया है। धन्यवाद। अभिमन्यु जी, जो मंत्री ने बयान दिया है कि बहुगिनती में जो किसान इसके समर्थन में हैं, इसके ऊपर आप क्या कहना चाहते हैं? देखिए, अभी सरकार के कुछ प्रवक्ता कह रहे थे कि 93 लाख किसानों ने उनको समर्थन दिया है। अभी कुछ दिन पहले जब आरटीआई लगाई गई तो आरटीआई के जवाब में सरकार कहती है हमारे पास ऐसा कोई डाटा ही नहीं है। तो सरकार देश को गुमराह क्यों कर रही है? अभी कुछ दिन पहले ये दावा किया गया सरकार द्वारा कि हरियाणा के 1 लाख किसानों ने उन्हें समर्थन दिया। जब हमने उनकी जांच पड़ताल की तो मालूम चला 116 एफपीओ के नाम लिख के दे गए और वो फार्मर्स प्रोड्यूसिंग ऑर्गेनाइजेशन जो कहीं पे एग्जिस्ट नहीं करते हैं। फिर कहा गया कि पंजाब के 3 लाख किसानों ने समर्थन दे दिया। जो व्यक्ति ये समर्थन की वो चिट्ठी लेके गया था, जब उसकी जांच पड़ताल की तो मालूम चला वो बीज बनाने वाली कंपनियों और पेस्टिसाइड बनाने वाली कंपनियों के लिए बिचौलिए का काम करता है। तो सरकार ये बात समझे कि
अन्नदाता आज यहाँ बैठा है और सरकार क्या कोशिश कर रही है? सरकार कोशिश कर रही है कि दूसरे राज्यों में किसान को ढूंढ ले। आज पूरे देश का किसान एकजुट है और वो अपनी लड़ाई जीत के ही वापस जाएगा, अन्यथा वापस नहीं जाएगा। सिरसा जी ਤੁਹਾਡੇ ਦੇ ਉੱਪਰ ਪ੍ਰਤੀਕਰਮ ਜੀ। मैं आपको हिंदी में कुछ कहना चाहता हूं जी, क्योंकि नागपुर से, छत्तीसगढ़ से, कई प्रदेशों से मेरे को फ़ोन आए हैं कि जो सरकार की जो आज भी मीटिंग में जो उन्होंने अपना रुख बनाया उसकी नीयत और नीति क्या है उसके बारे में बताना चाहता हूं। मेरे को फ़ोन बहुत से आ रहे हैं कि सरकार इस किसानी संघर्ष को बदनाम करने के लिए ये कह रही है कि यहाँ पर जो एजिटेशन चल रहा है, जो किसान उधर से इस एजिटेशन में आना चाहते हैं उनको ये कह रही है कि ये लोग हैं, ये खालिस्तानी हैं और पंजाब के लोगों के पास बहुत बड़े बड़े बंगले हैं, बड़ी बड़ी गाड़ियां हैं, वो इनसे लेकर आप लोगों को देना चाहती है और इन खालिस्तानियों के पास तुमने मत जाना। वो हमारे को इसलिए हमारा बंडी प्रचार कर रही है। ये आज की मीटिंग से सरकार की जो नीयत और नीति है ये स्पष्ट हो गई है कि ये किसानों के प्रति कोई भी सहानुभूति नहीं रखती। ਧੰਨਵਾਦ। ਹੁਣ ਗੱਲ ਕਰਦੇ ਹਾਂ ਜੀ, ਸਾਡੇ ਨਾਲ ਬੈਰਾਮ ਕੇ ਜੀ ਦੀ ਹੋਗੀ ਜੀ। ਬਸ ਸੰਧੂ ਸਾਹਿਬ 1 ਮਿੰਟ ਦੇ ਵਿੱਚ ਜੀ। ਹਾਂ ਵੇਖੋ, ਇਹ ਸਾਡੇ ਲੀਡਰਾਂ ਨੇ ਜਿਹੜਾ ਅੰਦਰ ਕਿਹਾ, ਇਹ ਵੀ ਇੱਥੋਂ ਤੱਕ ਵੀ ਕਹਿਤਾ ਵੀ ਅਸੀਂ ਗੁਰੂ ਤੇਗ ਬਹਾਦਰ ਦੇ ਜਾਏ ਹਾਂ। ਉਹਨਾਂ ਨੇ ਇੱਥੇ ਸਰੀਰ ਕਟਾਇਆ ਜ਼ੁਲਮ ਦੇ ਵਿਰੁੱਧ। ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਜਿਹੜਾ ਵਾ ਆ ਰਿਹਾ ਵਾ, ਸਾਡੇ ਲੋਕ ਆਰਿਆਂ ਨਾਲ ਚਰਾਏ ਗਏ। ਸਾਡਾ ਇਹ ਜਜ਼ਬਾ ਪੁਰਾਣਾ ਕਹਿ ਮੈਂ ਅਸੀਂ ਉਹਨਾਂ ਚਿਰ ਨਹੀਂ ਜਾਣਾ ਜਿੰਨਾ ਚਿਰ ਸਾਡੇ ਰਿਪੀਲ ਨਹੀਂ ਕੀਤੇ ਜਾਂਦੇ। ਬਾਕੀ ਜਿਹੜਾ ਤੁਸੀਂ ਉੱਜਾਂ ਲਾਉਂਦੇ ਜੇ ਸਾਰਾ ਕੁਝ ਗਲਤ ਆ। ਕੋਈ ਕਿਸਾਨ ਤੁਹਾਡੇ ਨਾਲ, ਇੱਕ ਵੀ ਕਿਸਾਨ ਨਹੀਂ ਸਾਰੇ ਦੇਸ਼ ਦਾ। ਤੁਸੀਂ ਐਵੇਂ ਸਾਰਾ ਝੂਠ ਮਾਰਦੇ, ਝੂਠ ਦੀਆਂ ਪੰਡਾਂ ਤੁਸੀਂ ਲੱਖ 2 ਲੱਖ ਦੀਆਂ ਚੁੱਕੀ ਫਿਰਦੇ ਜੇ। ਕਿਸਾਨ ਜਥੇਬੰਦੀਆਂ ਸਾਰੀਆਂ ਸਾਡੇ ਨਾਲ ਨੇ, ਕਿਸਾਨ ਸਾਡੇ ਨਾਲ ਆ। ਇਹ ਉਹਨਾਂ ਦਾ ਅਸੀਂ ਝੂਠ ਦਾ ਪਲੰਦਾ ਫੁੱਲ